सत श्री अकाल जी, स्वागत है तुहाडा सारिਆਂ ਦਾ। ਤੁਸੀਂ ਵੇਖ ਰਹੇ ਹੋ पंजाब हरियाणा हिमाचल ਤੇ ਤੁਹਾਡੇ ਨਾਲ मैं अमृता गर्ग हाज़र ਨਾਲ ਲੈ ਕੇ ਇਸ ਵੇਲੇ ਦੀਆਂ ਮੁੱਖ ਖਬਰਾਂ ਤੇ ਸ਼ੁਰੂਆਤ ਬੁਲੇਟਿਨ ਦੀ ਕਰਾਂਗੇ। ਅਹਿਮ ਖਬਰ ਦੇ ਨਾਲ ਜਿੱਥੇ ਭਾਜਪਾ ਆਗੂ ਹਰਜੀਤ ਗਰੇਵਾਲ ਹੋਰਾਂ ਨੇ ਵੱਡਾ ਬਿਆਨ ਦਿੱਤਾ ਤੇ ਕਿਸਾਨ ਅੰਦੋਲਨ ਤੇ ਸਵਾਲ ਚੁੱਕ ਦਿੱਤੇ ਨੇ। ਸਿਰਫ ਹਿੰਦੂ ਤਿਉਹਾਰਾਂ ਨੂੰ ਹੀ ਕਾਲੇ ਦਿਹਾੜੇ ਵਜੋਂ ਕਿਉਂ ਮਨਾ ਰਹੇ ਨੇ ਕਿਸਾਨ, ਇਹ ਸਵਾਲ ਪੁੱਛਿਆ ਗਿਆ ਉਹਨਾਂ ਨੇ ਤੇ ਨਾਲ ਹੀ ਕਿਹਾ ਕਿ ਕਿਸਾਨਾਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਵਿਰੋਧੀ ਚਲਾ ਰਹੇ ਨੇ। हरजीत गरेवाल ने कहा कई किसान आगुआं दी मंशा ही साफ नहीं है। ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਨੇ ਹਰਜੀਤ ਗਰੇਵਾਲ, ਉਹਨਾਂ ਤੋਂ ਜਾਣਦੇ ਆ। ਗਰੇਵਾਲ ਜੀ, ਕਿਸਾਨਾਂ ਨੇ ਪਹਿਲ ਕੀਤੀ, ਚਿੱਠੀ ਭੇਜੀ ਪ੍ਰਧਾਨ ਮੰਤਰੀ ਮੋਦੀ ਨੂੰ। ਹੁਣ ਬੀਜੇਪੀ ਕੀ ਡਿਸਾਈਡ ਕਰਨ ਜਾ ਰਹੀ ਹੈ, ਕਦੋਂ ਤੱਕ ਜਿਹੜਾ ਬੁਲਾਵਾ ਹੈ ਉਹ ਭੇਜਿਆ ਜਾਂਦਾ ਹੈ ਕਿਸਾਨਾਂ ਨੂੰ? ਦੇਖੋ, ਸਾਡੇ ਸੀਨੀਅਰ ਕੈਬਨਿਟ ਮਿਨਿਸਟਰਸ ਨੇ ਪਿਛਲੇ 3 ਮਹੀਨਿਆਂ ਤੋਂ ਕੋਸ਼ਿਸ਼ ਕੀਤੀ, ਅਲੱਗ-ਅਲੱਗ ਕਿਸਾਨ ਲੀਡਰਾਂ ਨਾਲ ਗੱਲਬਾਤ ਕਰਦੇ ਰਹੇ ਕਿ ਕੋਈ ਐਕਸੈਪਟੇਬਲ ਪ੍ਰਪੋਜ਼ਲ ਲੈ ਆਓ। ਆਪਾਂ ਪਹਿਲਾਂ 11 ਵਾਰ 7-7 ਘੰਟੇ ਬੈਠ ਲਏ, ਹੁਣ ਆਪਾਂ ਬਾਰ-ਬਾਰ ਨਹੀਂ ਬੈਠਣਾ, ਇੱਕ ਵਾਰ ਬੈਠ ਕੇ 2 ਘੰਟਿਆਂ 'ਚ ਗੱਲ ਖਤਮ ਕਰੀਏ। ਤੇ ਉਹਨਾਂ ਨੇ 2 ਦਿਨ 'ਚ ਦੱਸਦੇ ਆ, 2 ਦਿਨ 'ਚ ਦੱਸਦੇ ਆ, ਹਰ ਕੋਈ ਕਹਿੰਦਾ ਸਲਾਹ ਕਰਕੇ ਦੱਸਾਂਗੇ। ਉਹ ਉਹਨਾਂ ਦੀ ਸਲਾਹ ਨਹੀਂ ਹੋਈ। ਆਖਰ ਸਲਾਹ ਹੋਈ ਤਾਂ ਉਹਦੇ 'ਚ ਫਿਰ 2 ਫਾੜ ਹੋ ਗਏ ਕਿ ਉਹ ਅੱਧੇ ਕਹਿੰਦੇ ਚਿੱਠੀ ਕਿਉਂ ਲਿਖਤੀ, ਅੱਧੇ ਕਹਿੰਦੇ ਠੀਕ ਲਿਖੀ ਆ। ਤੇ ਆਖਰ ਕਿਤੇ ਨਾ ਕਿਤੇ ਜਦੋਂ ਗੱਲਬਾਤ ਕਰਦੇ ਆ ਤਾਂ ਸਾਜ਼ਗਾਰ ਮਾਹੌਲ 'ਚ ਬੈਠੀਦਾ ਔਰ ਉਹ ਗੱਲਬਾਤ ਨੂੰ ਕਿਤੇ ਨਾ ਕਿਤੇ ਖਤਮ ਕਰਨਾ ਹੁੰਦਾ। ਜੇ ਆਪਾਂ ਜਿੱਦ ਰੱਖਾਂਗੇ ਫਿਰ ਗੱਲਬਾਤ ਖਤਮ ਨਹੀਂ ਹੁੰਦੀ। ਇਸ ਕਰਕੇ ਸਰਕਾਰ ਤਾਂ ਚਾਹੁੰਦੀ ਹੈ ਕਿ ਜਿਹੜੇ ਕਿਸਾਨ ਜੈਨੂਨ ਕਿਸਾਨ ਨੇ ਸੜਕਾਂ ਤੇ ਬੈਠੇ ਆ, ਉਹ ਆਪਣੀਆਂ ਮੰਗਾਂ ਲਈ ਗਏ ਆ, ਉਹ ਦਿਲੋਂ ਮਰਨ ਤੇ ਹੋ ਕੇ ਗਏ ਆ। ਪਰ ਇਹ ਜਿਹੜੇ ਸਾਡੇ ਕਿਸਾਨ ਲੀਡਰ ਨੇ ਉਹਨਾਂ 'ਚੋਂ ਕਈ ਸੁਹਿਰਦ ਨਹੀਂ, ਇੱਦਾਂ ਨਹੀਂ ਮੈਂ ਕਹਿੰਦਾ ਕਿ ਸਾਰੇ ਹੀ ਗਲਤ ਨੇ, ਸਾਰੇ ਗਲਤ ਨਹੀਂ ਹੈਗੇ। ਉਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ। ਫਿਰ ਜੋ ਇਹ ਕੰਮ ਕਰਦੇ ਆ, ਹਿੰਦੂ ਤਿਉਹਾਰਾਂ ਨੂੰ ਕਾਲੀ ਦੀਵਾਲੀ, ਕਾਲੀ ਹੋਲੀ, ਹੁਣ ਉਸ ਦਿਨ ਬੁੱਧ ਪੂਰਨਿਮਾ ਹੈਗੇ ਜਿਸ ਦਿਨ ਕਾਲੇ ਝੰਡੇ ਲਾਉਣੇ ਆ, ਤੇ ਕੀ ਕਦੇ ਇਹ ਈਦ ਦੇ ਉੱਪਰ ਕਾਲੀ ਈਦ ਮਨਾਉਣਗੇ? ਤੇ ਇਹਨਾਂ ਨੂੰ ਉਹ ਸਮਝ ਦੇ ਦੇਣਗੇ ਫਿਰ ਜੇ ਇੱਦਾਂ ਦਾ ਕੰਮ ਕਰਨਗੇ। ਉਹ ਨਹੀਂ ਕਰਨਗੇ ਕਦੇ ਵੀ। ਇਹਨਾਂ ਦੀ ਮਨਸ਼ਾ ਕੁਛ ਹੋਰ ਆ, ਸਾਫ਼ ਨਹੀਂ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ, ਉਗਰਾਹਾਂ ਨੂੰ ਕਿਹਾ ਨਾ ਕਿ ਵੀ ਤੁਸੀਂ ਆਪਣਾ ਧਰਨਾ ਨਾ ਲਾਓ, ਇਸ ਟਾਈਮ 'ਚ ਰੈਲੀ ਨਾ ਕਰੋ। ਅਸੀਂ ਰੈਲੀ ਵੀ ਕਰਾਂਗੇ ਜੇ ਅਸੀਂ ਧਰਨਾ ਵੀ ਲਾਵਾਂਗੇ। ਉੱਧਰ ਮੋਦੀ ਜੀ ਨੇ ਰੈਲੀ ਕਰ ਲਈ ਜਾਂ ਮਮਤਾ ਨੇ ਕਰ ਲਈ, ਮੋਦੀ ਜੀ ਦਾ ਵਿਰੋਧ ਕਰਨਾ। ਇਹ ਕੀ ਚਾਹੁੰਦੇ ਆ ਕਿ ਜਿਹੜੇ ਕਮਿਊਨਿਸਟ ਨੇ ਇਹਨਾਂ 'ਚ, ਉਹ 2024 ਤੱਕ ਅੰਦੋਲਨ ਚਲਾਉਣਾ ਚਾਹੁੰਦੇ ਆ। ਉਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ। ਉਹ ਲੋਕ ਸਭਾ ਦੇ ਚੁਣਾਵ ਤੱਕ ਜਾਣਾ ਚਾਹੁੰਦੇ ਆ। ਉਹ ਮੋਦੀ ਜੀ ਦਾ ਔਰ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ। ਹੋਰ ਉਹਨਾਂ ਦਾ ਕੋਈ ਮਕਸਦ ਨਹੀਂ। ਕਿਸਾਨ ਦੀਆਂ ਤਰਕ ਸੰਗਤ ਮੰਗਾਂ ਮਨਵਾਉਣ ਦਾ ਕੋਈ ਮਕਸਦ ਨਹੀਂ। ਗਰੇਵਾਲ ਜੀ, ਪਰ ਚਿੱਠੀ ਚਾਹੇ 9 ਜਿਹੜੇ ਨੇ ਜਥੇਬੰਦੀਆਂ ਨੇ ਲਿਖੀ ਹੋਵੇ, ਪਰ ਤੁਹਾਨੂੰ ਲੱਗਦਾ ਕਿ ਇੱਕ ਚਿੱਠੀ ਜਿਹੜੀ ਹੈ ਬੀਜੇਪੀ ਕੋਲ ਪਹੁੰਚੀ ਹੈ, ਪ੍ਰਧਾਨ ਮੰਤਰੀ ਮੋਦੀ ਕੋਲ ਪਹੁੰਚੀ ਹੈ, ਤਾਂ ਕਿਤੇ ਨਾ ਕਿਤੇ ਹੁਣ ਕੇਂਦਰ ਸਰਕਾਰ ਨੂੰ ਵੀ ਬੁਲਾਵਾ ਭੇਜਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਨਾ ਚਾਹੀਦਾ। 22 ਜਨਵਰੀ ਆਖਰੀ ਮੀਟਿੰਗ ਹੋਈ ਸੀਗੀ, ਉਸ ਤੋਂ ਬਾਅਦ ਡੈਡਲੌਕ। ਦੇਖੋ, ਇਸ ਤਰ੍ਹਾਂ ਉਹਦੇ 'ਚ ਡੈਡਲੌਕ ਨਹੀਂ ਰਿਹਾ। ਉਹਦੇ 'ਚ ਇਹਨਾਂ ਨਾਲ ਗੱਲਬਾਤ ਚੱਲਦੀ ਰਹੀ। ਉਹ TV ਤੇ ਨਹੀਂ ਆਇਆ, ਮੀਡੀਆ 'ਚ ਨਹੀਂ ਆਇਆ। ਇਹਨਾਂ ਨਾਲ ਗੱਲਬਾਤ ਚੱਲਦੀ ਰਹੀ ਹੈ। ਇਹਨਾਂ ਨੂੰ ਕਹੀ ਗਏ ਕਿ ਐਕਸੈਪਟੇਬਲ ਪ੍ਰਪੋਜ਼ਲ ਦੇ ਦਿਓ। ਹੁਣ ਤਾਂ ਇਹਨਾਂ ਨੇ ਜਦੋਂ ਦੇਖਿਆ ਕਿ ਇਹਨਾਂ ਨੂੰ ਮੀਡੀਆ ਦੇ ਕਵਰੇਜ ਬੰਦ ਕਰਤੀ, ਇਹਨਾਂ ਦਾ ਸ਼ੋਰ ਸ਼ਰਾਬਾ ਬੰਦ ਹੋ ਗਿਆ, ਤੇ ਇਹਨਾਂ ਨੇ ਉਹ ਤਰੀਕਾ ਲੱਭ ਲਿਆ। ਇਹ ਜੋਗਿੰਦਰ ਯਾਦਵ ਹੋਣਾ ਦੀ ਸ਼ਰਾਰਤ ਆ। ਉਹ ਸ਼ਰਾਰਤੀ ਬੰਦਾ, ਜਿਸ ਦਿਨ ਉਹ ਆ ਗਿਆ ਸੀ ਵਿੱਚ, ਉਹ ਕਿਸਾਨ ਨੇਤਾ ਨਹੀਂ ਹੈ, ਕੁਛ ਨਹੀਂ ਹੈ, ਉਹ ਸ਼ਰਾਰਤੀ ਹੈ ਅਨਸਰ। ਔਰ ਇਹ ਅੰਦੋਲਨ ਜੀਵੀ ਨੇ ਜਿਹੜੇ ਇਹੀ ਨੇ। ਹਨਨ ਮੌਲਾ ਹੋਇਆ, ਕਵਿਤਾ ਹੋਈ, ਜੋਗਿੰਦਰ ਯਾਦਵ ਹੋਇਆ, ਦਰਸ਼ਨਪਾਲ ਹੋਇਆ, ਤੇ ਇਹਨਾਂ ਦਾ ਕੋਈ ਮਕਸਦ ਨਹੀਂ ਨਾ। ਇਹ ਤਾਂ ਆਪਣੇ ਹਿੱਤ ਜਿਹੜੇ ਨੇ ਉਹ ਉਹਦੇ ਪੂਰਕ ਨੇ। ਕੈਮਰਾਮੈਨ ਧਰਮਵੀਰ ਦੇ ਨਾਲ ਨਿਤਿਕਾ ਮਹੇਸ਼, ਬ੍ਰੀਜ਼ੀ ਮੀਡੀਆ, ਚੰਡੀਗੜ੍ਹ। ਤੇ ਅਸੀਂ ਤੇ ਰੁਕ ਕਰਾਂਗੇ ਸਾਡੇ ਸਹਿਯੋਗੀ ਨਿਤਿਕਾ ਮਹੇਸ਼ਵਰੀ ਦਾ। ਸਾਡੇ ਨਾਲ ਉਹ ਸਿੱਧੇ ਜੁੜ ਚੁੱਕੇ ਨੇ, ਸਿੱਧੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਾਂਗੇ। ਨਿਤਿਕਾ, ਤੁਸੀਂ ਖੁਦ ਗੱਲਬਾਤ ਕੀਤੀ ਹਰਜੀਤ ਗਰੇਵਾਲ ਹੋਰਾਂ ਦੇ ਨਾਲ, ਜੋ ਦੋਵੇਂ ਇਲਜ਼ਾਮ ਲਗਾ ਰਹੇ ਨੇ। ਹੁਣ ਤੱਕ ਤਾਂ ਸਿਰਫ ਰਾਜਨੀਤੀਕਰਨ ਦੇ ਇਲਜ਼ਾਮ ਲੱਗ ਰਹੇ ਸੀ, ਸਿਆਸੀਕਰਨ ਦੇ ਇਲਜ਼ਾਮ ਲੱਗ ਰਹੇ ਸੀ, ਪਰ ਹੁਣ ਧਾਰਮਿਕ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਾਹਿਰ ਤੌਰ ਤੇ ਇਸ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਜੋ ਰੋਹ ਹੈ ਉਹ ਹੋਰ ਵਧੇਗਾ ਹੀ। ਬਿਲਕੁਲ ਅਮ੍ਰਿਤਾ, ਬੜਾ ਹੀ ਵਿਵਾਦਿਤ ਜਿਹੜਾ ਇਹ ਬਿਆਨ ਹੈ ਜਿਹੜਾ ਹਰਜੀਤ ਗਰੇਵਾਲ ਜੀ ਨੇ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਹੈ ਕਿ ਕਿਉਂ ਜਦੋਂ ਵੀ ਕੋਈ ਹਿੰਦੂਆਂ ਦਾ ਤਿਉਹਾਰ ਹੁੰਦਾ ਉਦੋਂ ਕਿਸਾਨ ਪ੍ਰੋਟੈਸਟ ਕਰਨ ਦੀ ਗੱਲ ਕਹਿੰਦੇ ਨੇ, ਕਿ ਉਹ ਪ੍ਰੋਟੈਸਟ ਦਾ ਉਦੋਂ ਐਲਾਨ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਦੀਵਾਲੀ ਸੀ ਕਾਲੀ ਦੀਵਾਲੀ ਕਹਿ ਦਿੱਤਾ ਗਿਆ, ਹੋਲੀ ਦੇ ਦੌਰਾਨ ਜਿਹੜਾ ਹੈ ਪ੍ਰੋਟੈਸਟ ਕੀਤੇ ਗਏ। ਨਾਲ ਹੀ ਹੁਣ ਜੇ ਗੱਲ ਕੀਤੀ ਜਾਵੇ ਬੁੱਧ ਪੂਰਨਿਮਾ ਹੈ ਤੇ ਉਸ ਦਿਨ ਫਿਰ ਤੋਂ ਕਿਸਾਨ ਪ੍ਰੋਟੈਸਟ ਕਰ ਰਹੇ ਨੇ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੇ ਈਦ ਦੇ ਮੌਕੇ ਵੀ ਜੇ ਪ੍ਰੋਟੈਸਟ ਹੀ ਕਰਨੇ ਸੀ ਤਾਂ ਈਦ ਦੇ ਮੌਕੇ ਕਿਉਂ
ਕਿਉਂ ਨਹੀਂ ਕਿਸਾਨਾਂ ਨੇ ਕੋਈ ਪ੍ਰੋਟੈਸਟ ਕੀਤਾ। ਇਹ ਗੱਲ ਜ਼ਰੂਰ ਹਰਜੀਤ ਗਰੇਵਾਲ ਨੇ ਕੀਤੀ ਹੈ, ਪਰ ਉਹਨਾਂ ਨੇ ਪਹਿਲਾਂ ਵੀ ਇੱਕ ਬਿਆਨ ਅਜਿਹਾ ਦਿੱਤਾ ਸੀਗਾ ਕਿ ਇਹ ਜਿਹੜਾ ਪ੍ਰੋਟੈਸਟ ਹੈ ਉਹ ਸਿੱਖਾਂ ਦਾ ਪ੍ਰੋਟੈਸਟ ਜਿਹੜਾ ਬਣਾਇਆ ਜਾ ਰਿਹਾ ਹੈ, ਕਿਸਾਨਾਂ ਦਾ ਪ੍ਰੋਟੈਸਟ ਜਦਕਿ ਹੋਣਾ ਚਾਹੀਦਾ ਹੈ। ਪਰ ਨਾਲ ਹੀ ਇਹ ਵੀ ਦੱਸ ਦਈਏ ਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਜੇ ਸਮਰਥਨ ਦੇ ਰਹੀਆਂ ਨੇ ਕਿਸਾਨਾਂ ਨੂੰ ਤਾਂ ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ ਬਚਿਆ। ਇਹੀ ਕਾਰਨ ਹੈ ਕਿ ਜਦੋਂ ਵੀ ਕਿਸਾਨ ਪ੍ਰੋਟੈਸਟ ਦਾ ਕਾਲ ਦਿੰਦੇ ਨੇ, ਬੰਦ ਦਾ ਐਲਾਨ ਕਰਦੇ ਨੇ, ਤਾਂ ਸਾਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਸਮਰਥਨ ਦਿੰਦੀਆਂ ਨੇ, ਕਿਉਂਕਿ ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ਦਾ। ਤੇ ਉਹਨਾਂ ਦਾ ਕਿਸਾਨਾਂ ਦੇ ਤੁਹਾਡੇ ਕੋਲ ਸਾਡੇ ਨਾਲ ਕਿਸਾਨ ਆਗੂ ਨਛੱਤਰ ਬੈਦਵਾਨ ਜੁੜ ਚੁੱਕੇ ਨੇ। ਬੈਦਵਾਨ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਹਾਂਜੀ ਬੈਦਵਾਨ ਸਾਹਿਬ, ਕਿਸ ਤਰ੍ਹਾਂ ਦੇਖੀਏ ਇਸ ਨੂੰ? ਹਰਜੀਤ ਗਰੇਵਾਲ ਹੋਰਾਂ ਦੇ ਬਿਆਨ ਪਹਿਲਾਂ ਵੀ ਆਉਂਦੇ ਰਹੇ ਨੇ, ਇੱਕ ਵਾਰ ਫਿਰ ਉਹਨਾਂ ਨੇ ਬਿਆਨ ਦਿੰਦਿਆਂ ਨਾ ਸਿਰਫ ਸਿਆਸੀਕਰਨ ਕੀਤਾ ਹੈ ਬਲਕਿ ਇੱਕ ਵਾਰ ਫਿਰ ਤੋਂ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹਨਾਂ ਨੇ ਸਵਾਲ ਇਹ ਕੀਤਾ ਕਿ ਸਿਰਫ ਹਿੰਦੂ ਤਿਉਹਾਰਾਂ ਨੂੰ ਹੀ ਕਾਲੇ ਦਿਹਾੜੇ ਵਜੋਂ ਕਿਉਂ ਮਨਾਉਂਦੇ ਨੇ ਕਿਸਾਨ, ਕਿਉਂ ਈਦ ਨੂੰ ਨਹੀਂ ਮਨਾ ਲਿਆ ਗਿਆ ਕਾਲੀ ਈਦ ਵਜੋਂ? ਇਹ ਬਿਲਕੁਲ ਗਲਤ ਜੀ, ਇੱਕ ਤੋਂ ਇੱਕ ਬਾਅਦ ਗਲਤ ਬਿਆਨੀ ਦੇਈ ਜਾਂਦੀ ਹੈ। ਸਾਡੇ ਲਈ ਤਾਂ 26 ਤਰੀਕ ਮੇਨ ਹੋ ਗਈ ਹੈ। ਬੁੱਧ ਪੂਰਨਿਮਾ ਦਾ ਸਾਨੂੰ ਕੋਈ ਉਹ ਨਹੀਂ ਸੀ। ਜੇ ਕੋਈ ਹੋਰ ਤਿਉਹਾਰ ਵੀ ਆਊਗਾ ਤਾਂ ਇਹ ਉਹਨੂੰ ਵੀ ਅੱਗੇ ਪਿੱਛੇ ਕਰ ਲੈਣ, ਕਿਉਂਕਿ ਜਿਹੜੀ 26 ਤਰੀਕ ਹੈ ਉਹ ਸਾਡੇ ਲਈ ਤਾਂ ਧਾਰਾ 326 ਬਣੀ ਹੋਈ ਹੈ। ਬਾਕੀ ਅਜੇ ਇਹਨਾਂ ਕੋਲ ਟਾਈਮ ਹੈ। ਅਗਰ ਇਹ ਭਾਲਦੇ ਆ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਤੇ ਕਿਸਾਨ ਜਿਹੜੇ ਆ ਉਹ ਹਿੰਦੂ ਤਿਉਹਾਰਾਂ ਦੇ ਵਿਰੋਧ ਕਰਦੇ ਆ, ਸਵੇਰ ਦਾ ਟਾਈਮ ਹੈ, ਇਹ ਸਾਰਾ ਰਿਪੀਲ ਕਰ ਦੇਣ, ਸਾਨੂੰ ਰੱਦ ਕਰ ਦੇਣ ਕਾਨੂੰਨਾਂ ਨੂੰ। ਅਸੀਂ ਤਾਂ ਬੁੱਧ ਪੂਰਨਿਮਾ ਆ ਕੇ ਇਹਨਾਂ ਦੇ ਨਾਲ ਮਨਾਈਏ, ਖੁਸ਼ੀਆਂ ਵੰਡੀਏ, ਖਰਚਾ ਵੀ ਆਪਣੇ ਪੱਲਿਓਂ ਕਰੀਏ। ਤੇ ਕਿਉਂ ਨਹੀਂ ਇਹ ਫਿਰ ਕੱਲ ਦੇ ਦਿਨ ਅਨਾਉਂਸ ਕਰ ਦਿੰਦੇ ਤੇ ਜਿਵੇਂ ਇਹ ਕਹਿ ਦਿੰਦੇ ਹੈਗੇ ਕਿ ਕਿਸਾਨ ਜੀ ਸਾਨੂੰ ਅਸੈਪਟੈਂਸ ਜਿਹੜੀ ਕੋਈ ਹੋਵੇ ਉਹ ਪ੍ਰਪੋਜ਼ਲ ਲੈ ਕੇ ਆਉਣ। ਜਦ ਕਿਸਾਨਾਂ ਨੇ ਪ੍ਰਪੋਜ਼ਲ ਦਿੱਤੀ ਹੈ ਤਾਂ ਇਹ ਕਿਉਂ ਨਹੀਂ ਸਾਨੂੰ ਅਸੈਪਟੈਂਸ ਭੇਜ ਦਿੰਦੇ ਕਿ ਸਾਡੀ ਜੇ ਤੁਸੀਂ ਪ੍ਰਪੋਜ਼ਲ ਭੇਜੀ ਹੋਈ ਆ ਆਲਰੇਡੀ ਕਾਨੂੰਨ ਰੱਦ ਕਰਨ ਦੀ, ਉਹ ਪ੍ਰਪੋਜ਼ਲ ਅਸੀਂ ਮੰਨ ਲਈ ਹੈ ਤੇ ਉਹਦੇ ਉੱਪਰ ਆਪਾਂ ਬੈਠ ਕੇ ਸਿਗਨੇਚਰ ਕਰ ਦਈਏ ਤੇ ਸਾਨੂੰ ਬੁਲਾਵਾ ਦੇ ਦੇਣ। ਅਸੀਂ ਪਰ ਉਹਨਾਂ ਨੇ ਸਿਰਫ 26 ਤਰੀਕ ਨਹੀਂ ਨਾ ਬੈਦਵਾਨ ਸਾਹਿਬ, ਉਹਨਾਂ ਨੇ ਪਿਛਲੇ ਸਿਨੈਰੀਓ ਨੂੰ ਵੀ ਇਸ ਚਰਚਾ ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਨੇ। ਉਹਨਾਂ ਨੇ ਕਿਹਾ ਪਹਿਲਾਂ ਦੀਵਾਲੀ ਨੂੰ ਕਾਲੀ ਦੀਵਾਲੀ ਮਨਾਇਆ ਗਿਆ, ਫਿਰ ਹੋਲੀ ਨੂੰ ਕਾਲੀ ਹੋਲੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਈਦ ਰਾਂਗੇ ਈਦ ਵੇਲੇ ਕੁਝ ਨਹੀਂ ਕੀਤਾ, ਹੁਣ ਬੁੱਧ ਪੂਰਨਿਮਾ ਨੂੰ ਫਿਰ ਕਾਲਾ ਦਿਹਾੜੇ ਵਜੋਂ ਕਿਸਾਨ ਮਨਾ ਰਹੇ ਨੇ। ਸਾਰੀਆਂ ਜਿਹੜੀਆਂ ਜ਼ਮੀਨਾਂ ਜਾ ਰਹੀਆਂ ਸਭ ਕੁਝ ਜਾ ਰਿਹਾ ਜੀ। ਸਾਨੂੰ ਈਦ ਤਾਂ ਅਸੀਂ ਜਿਹੜੇ ਆਮ ਕਰਕੇ ਕਿਸਾਨ ਹੈਗੇ, ਬਹੁਤ ਘੱਟ ਕਿਸਾਨ ਹੈਗੇ ਜਿਹੜੇ ਜ਼ਿਆਦਾ ਦੀਵਾਲੀ ਤੇ ਜਾਂ ਸਿੱਖਾਂ ਵਾਲੇ ਤਿਉਹਾਰ ਮਨਾਉਂਦੇ ਨੇ, ਕਿਉਂਕਿ ਜ਼ਿਆਦਾ ਜੱਟ ਟਾਈਪ ਬੰਦੇ ਹੁੰਦੇ ਨੇ ਉਹਦੇ ਵਿੱਚ, ਸਿੱਖ ਕਮਿਊਨਿਟੀ ਵਾਲੇ। ਤੇ ਸਾਡੇ ਮਨ ਚ ਇਹੀ ਜੀ ਕੋਈ ਗੱਲ ਨਹੀਂ ਹੈਗੀ। ਅਗਰ ਇਹਨਾਂ ਨੂੰ ਇੰਨਾ ਫਿਕਰ ਹੈ ਹਿੰਦੂ ਤਿਉਹਾਰਾਂ ਦਾ ਤਾਂ ਕਿਉਂ ਨਹੀਂ ਰਿਪੈਲ ਕਰ ਦਿੰਦੇ? ਫਿਰ ਇਹਨਾਂ ਨੇ ਫੰਡਾਮੈਂਟਲ ਰਾਈਟਸ ਕਰਕੇ ਬਿਲਕੁਲ ਗਲਤ ਇਹ ਕਾਨੂੰਨ ਕਰੇ ਹੋਏ ਨੇ। ਜਿਹੜੇ ਸਾਨੂੰ ਕਹਿ ਦਿੰਦੇ ਕਿ ਕਿਸਾਨ ਲੀਡਰ ਬੈਠੇ ਨੇ, ਜੈਨੂਅਨ ਕਿਸਾਨ ਸੜਕਾਂ ਤੇ ਨੇ, ਉਹ ਜੇ ਜੈਨੂਅਨ ਜਿਨ੍ਹਾਂ ਨੇ ਕਾਨੂੰਨ ਬਣਾਏ ਉਹ ਵੀ ਜੈਨੂਅਨ ਕਿਸਾਨ ਨਹੀਂ ਹੈ, ਉਹ ਵੀ ਕਿਸਾਨ ਵਿਰੋਧੀ ਨੇ ਜਿਨ੍ਹਾਂ ਨੇ ਕਾਨੂੰਨ ਬਣਾਏ ਤੇ ਉਹ ਆਪਣੀ ਅੜੀ ਕਰਕੇ ਬੈਠੇ ਹੋਏ ਹੈ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਤੁਹਾਡੇ ਮਾਧਿਅਮ ਰਾਹੀਂ ਸਮਝਾ ਦਿੰਦਾ ਜੀ ਕਿ ਜਿਵੇਂ ਫਰਾਂਸ ਵਾਲੇ ਕਹਿੰਦੇ ਕਿ ਅੰਗੂਰ ਖੱਟੇ ਖਾਧੇ ਮਾਂ-ਬਾਪ ਨੇ ਤੇ ਪੋਤਿਆਂ ਦੇ ਦੰਦ ਖੱਟੇ ਹੋ ਗਏ, ਤੇ ਇਹਨਾਂ ਦੀ ਜਿਹੜੀਆਂ ਅੱਗੇ ਨੂੰ ਕੁਰਸੀਆਂ ਹੱਲੀਆਂ ਕਿਸਾਨਾਂ ਕਰਕੇ ਇਹਨਾਂ ਦੇ ਧੀ ਪੁੱਤਾਂ ਨੇ ਇਹਨਾਂ ਨੂੰ ਗਾਲਾਂ ਕੱਢਣੀਆਂ ਕਿ ਤੁਹਾਡੇ ਪੰਗੇ ਨੇ ਸਾਨੂੰ ਅੱਗੇ ਵਾਸਤੇ ਪੋਲਿਟਿਕਸ ਤੋਂ ਆਊਟ ਕਰਤਾ, ਪਿੰਡਾਂ ਸਾਡੀ ਮਿਲਵਰਤਨ ਤੋੜਤੀ। ਸੋ ਬਹੁਤ ਵਧੀਆ ਮੌਕਾ ਹੈ ਜੇ ਕੱਲ ਨੂੰ ਇਹ ਰੀਪੈਲ ਕਰਨ ਦਾ ਕਿਸਾਨਾਂ ਨੂੰ ਲਿਖਤੀ ਜਵਾਬ ਭੇਜ ਦੇਣ ਤੇ 26 ਤਰੀਕ ਜਿਹੜੀ ਹੈਗੀ ਬੁੱਧ ਪੂਰਨਿਮਾ ਸ਼ਾਂਤੀ ਦਾ ਤਿਉਹਾਰ ਹੈ ਤੇ ਸਾਰੇ ਇਸ ਬੁੱਧ ਪੂਰਨਿਮਾ ਨੂੰ ਸ਼ਾਂਤੀ ਵਜੋਂ ਮਨਾਉਣ, ਸਭ ਦੇ ਮਨ 'ਚ ਸ਼ਾਂਤੀ ਪਏ। ਠੀਕ ਹੈ, ਇਹ ਤਾਂ ਗੱਲ ਹੋ ਗਈ ਤਿਉਹਾਰਾਂ ਦੀ ਜਾਂ ਧਾਰਮਿਕ ਰੰਗਤ ਦੇਣ ਦੀ। ਬੈਦਵਾਨ ਸਾਹਿਬ, ਇੱਕ ਵੱਡਾ ਇਲਜ਼ਾਮ ਉਹਨਾਂ ਨੇ ਸਿਆਸੀ ਪੱਖੋਂ ਵੀ ਲਾਇਆ। ਉਹ ਕਹਿੰਦੇ ਨੇ ਕਿ ਜੋ ਕਮਿਊਨਿਸਟ ਨੇ, ਜਿਸ ਦੇ ਵਿੱਚ ਉਹਨਾਂ ਨੇ ਦਰਸ਼ਨਪਾਲ ਹੋਰਾਂ ਦਾ ਨਾਮ ਲਿਆ, ਯੋਗੇਂਦਰ ਯਾਦਵ ਹੋਰਾਂ ਦਾ ਨਾਮ ਲਿਆ, ਬਕਾਇਦਾ ਨਾਮ ਲਏ ਨੇ, ਨਾਮ ਲੈਂਦੇ ਉਹ ਕਹਿੰਦੇ ਨੇ ਕਿ ਇਹ 2024 ਤੱਕ ਇਸ ਮੁੱਦੇ ਨੂੰ ਲਿਜਾਣਾ ਚਾਹੁੰਦੇ ਨੇ। 2024 ਦਾ ਤਾਂ ਜਾਊ ਜੀ ਜੇ ਇਹ ਸਾਡੀ ਅੜੀ ਕਰਕੇ ਬੈਠਣਗੇ। ਇਹ ਸਵੇਰੇ ਕਾਨੂੰਨ ਰੱਦ ਕਰ ਦਿੰਦੇ ਆ, ਨਾ ਕੋਈ ਕਮਿਊਨਿਸਟ ਰਹੇ ਨਾ ਕੋਈ ਦਰਸ਼ਨਪਾਲ ਜੀ ਰਹਿਣਾ, ਸਾਰਿਆਂ ਨੇ ਆਪਣੇ ਘਰਾਂ ਨੂੰ ਤੁਰੇ ਆਉਣਾ। ਕੱਲਾ ਕੱਲਾ ਬੰਦਾ ਕੋਈ ਕਿਆ ਕਰ ਲੇਗਾ? ਜਿਹੜੀ 32 ਜਥੇਬੰਦੀਆਂ ਜਿਹਦੇ ਉਹਨਾਂ ਦਾ ਟਾਰਗੇਟ ਪੂਰਾ ਹੋ ਗਿਆ, ਕਾਨੂੰਨ ਰੱਦ ਹੋ ਗਏ, ਅਗਲੇ ਦਿਨ ਹੀ ਲੋਕਾਂ ਨੇ ਆਪਣੇ ਘਰ ਨੂੰ ਆ ਜਾਣਾਗਾ। ਤੇ ਦੂਜੀ ਗੱਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਮ ਬੰਦੇ ਤੇ ਕਮਿਊਨਿਸਟ ਦੇ ਵਿੱਚ ਫਰਕ ਦੱਸਣ ਕਿ ਉਹਨਾਂ ਦੀ ਵਿਚਾਰਧਾਰਾ 'ਚ ਕੀ ਫਰਕ ਹੈ। ਜੇ ਕੋਈ ਆਪਣੇ ਹੱਕ ਲਈ ਲੜਦਾ ਉਹਨੂੰ ਇਹ ਕਮਿਊਨਿਜ਼ਮ ਦੇ ਨਾਂ ਦੇ ਦਿੰਦੇ ਆ, ਤੇ ਜਿਹੜਾ ਕੋਈ ਗਰਦਨ ਘੇਰ ਕੇ ਇਹਨਾਂ ਮੂਹਰੇ ਖੜ ਜਾਂਦਾ ਹੈਗਾ ਤੇ ਆਪਣੇ ਹੱਕਾਂ ਵਾਸਤੇ ਲੜਦਾ ਨਹੀਂ, ਉਹ ਇਹਨਾਂ ਵਾਸਤੇ ਜੈਨੂਅਨ ਬਣ ਜਾਂਦਾ ਜੀ। ਠੀਕ ਹੈ ਬੈਦਵਾਨ ਸਾਹਿਬ, ਇਸ ਚੀਜ਼ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਜਾਂ ਕੁਝ ਕਿਸਾਨ ਆਗੂ ਇਸ ਚਿੱਠੀ ਦੇ ਨਾਲ ਵਾਕਫੀਅਤ ਨਹੀਂ ਰੱਖਦੇ? ਉਹਨਾਂ ਨੂੰ ਤਕਲੀਫ ਹੈ ਕਿ ਇਹ ਚਿੱਠੀ ਕਿਉਂ ਲਿਖੀ ਗਈ ਪ੍ਰਧਾਨ ਮੰਤਰੀ ਨੂੰ। ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਹਰਜੀਤ ਗਰੇਵਾਲ ਸਾਹਿਬ ਨੇ। ਉਹ ਕਹਿੰਦੇ ਨੇ ਕਿ ਆਪ ਹੀ ਦੋ ਪਾੜ ਨੇ। ਨਹੀਂ ਜੀ, ਕਈ ਵਾਰੀ ਪਰਿਵਾਰ ਦੇ ਵਿੱਚ ਕਿਆ ਹੁੰਦਾ ਕਿ ਆਪਾਂ ਨੂੰ ਹੁੰਦਾ ਕਿ ਆਪਣਾ ਹੀ ਪਰਿਵਾਰ ਹੈ ਕਿ ਆਪਾਂ ਤੋਂ ਗਲਤੀ ਵੀ ਹੋ ਜਾਂਦੀ ਹੈ, ਪਰ ਜੇ ਕੋਈ ਬੰਦਾ ਪਰਿਵਾਰਕ ਮੈਂਬਰ ਆਪਣਾ ਕਹਿੰਦਾ ਕਿ ਮੈਨੂੰ ਠੀਕ ਨਹੀਂ ਆ, ਮੈਨੂੰ ਪੁੱਛੇ ਬਗੈਰ ਕਿਉਂ ਕਰੇ, ਉਹ ਬੈਠ ਕੇ ਸੌਟ ਆਊਟ ਹੋ ਜਾਂਦਾ ਹੈਗਾ। ਵੈਸੇ ਦਾ ਬਿਆਨ ਆਏਗੇ, ਬਜ਼ੁਰਗ ਗੁਰਜ ਗਿੱਲ ਜੀ ਦਾ ਵੀ ਆ ਗਿਆ, ਬੂਟਾ ਸਿੰਘ ਜੀ ਦਾ, ਹੋਰ ਆਪਾਂ ਦੇ ਵੀ ਆ ਗਏ ਵੀ
ਉਹਨਾਂ ਦਾ ਜਿਹੜਾ ਰੋਸ ਹੈ ਉਹ ਅਸੀਂ ਦੂਰ ਕਰ ਦੇਣਾ। ਇਹ ਸਾਡੇ ਇੱਕ ਆਪਣਾ ਕਿਸਾਨਾਂ ਦਾ ਘਰ ਦਾ ਮਸਲਾ ਗਾ, ਇਹਨੂੰ ਜ਼ਿਆਦਾ ਤੂਲ ਦੇਣ ਦੀ ਲੋੜ ਨਹੀਂ। ਜੇ ਸਗੋਂ ਅੱਗੇ ਵਾਸਤੇ ਚੈੱਕ ਐਂਡ ਬੈਲੈਂਸ ਹੋਊਗੀ, ਜੇ ਅੱਗੇ ਅਸੀਂ ਕੋਈ ਇਸ ਆਸ ਤੇ ਸਾਡੀ ਜਥੇਬੰਦੀਆਂ ਕੋਈ ਲੀਡਰ ਇਕੱਲਾ ਫੈਸਲਾ ਕਰ ਵੀ ਲੈਂਦਾ ਇਹਨਾਂ ਨਾਲ ਜਾ ਕੇ ਕਿ ਕੋਈ ਗੱਲ ਨਹੀਂ ਬਾਕੀ ਮੇਰੇ ਆਪਣੇ ਮੈਨੂੰ ਵਿਰੋਧ ਨਹੀਂ ਕਰਨਗੇ, ਤਾਂ ਸਾਡੇ ਵਾਸਤੇ ਅੱਗੇ ਵਾਸਤੇ ਵੀ ਇਹ ਇੱਕ ਸਿਆਣਪ ਹੋਊਗੀ ਕਿ ਸਾਰੇ ਮਿਲ ਕੇ ਜਦੋਂ ਸਹਿਮਤੀ ਨਾਲ ਹੀ ਫੈਸਲੇ ਹੋਣਗੇ, ਸਾਡੇ ਲਈ ਤਾਂ ਸਗੋਂ ਅੱਗੇ ਵਾਸਤੇ ਰਾਹ ਖੁੱਲ ਗਿਆ ਵਧੀਆ, ਪੂਰਾ ਡੈਮੋਕ੍ਰੇਸੀ ਦੇ ਨਾਲ ਅਗਲੇ ਫੈਸਲੇ ਹੋਣਗੇ। ਬਿਲਕੁਲ ਆਪਾਂ ਗੱਲ ਕਰ ਰਹੇ ਹਾਂ ਹਰਜੀਤ ਗਰੇਵਾਲ ਹੋਰਾਂ ਦੇ ਬਿਆਨ ਦੀ, ਤੇ ਬਿਆਨ ਉਹਨਾਂ ਨੇ ਦਿੱਤੇ ਨੇ। ਸਾਡੇ ਸਹਿਯੋਗੀ ਨਿਤਿਕਾ ਹੋਰਾਂ ਦੇ ਨਾਲ ਗੱਲਬਾਤ ਕਰਦੇ। ਨਿਤਿਕਾ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਨਿਤਿਕਾ ਵੀ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦੇ ਨੇ। ਨਿਤਿਕਾ। ਠੀਕ ਹੈ ਜੀ। ਨਛੱਤਰ ਜੀ, ਫਾਇਦੇ ਹਲੇ ਵੀ ਬੀਜੇਪੀ ਗਿਣਾ ਰਹੀ ਹੈ ਇਹਨਾਂ ਕਾਨੂੰਨਾਂ ਦੇ, ਤੇ ਨਾਲ ਹੀ ਉਹਨਾਂ ਵੱਲੋਂ ਇਹ ਕਿਹਾ ਗਿਆ ਡੀਬੀਟੀ ਨੂੰ ਲੈ ਕੇ ਆੜਤੀ ਤੇ ਕਿਸਾਨ ਕਹਿੰਦੇ ਸੀਗੇ ਕਿ ਲਾਗੂ ਨਾ ਕਰੋ, ਉਸ ਦਾ ਫਾਇਦਾ ਵੀ ਪੰਜਾਬ ਨੂੰ ਪਹੁੰਚਿਆ। ਤੇ ਜੇ ਹੁਣ ਗੱਲ ਕੀਤੀ ਜਾਵੇ ਸਿੱਧੀ ਜਿਹੜੀ ਹੈ ਸਿੱਧਾ ਆਪਣੀ ਫਸਲਾਂ ਨੂੰ ਕਿਸੇ ਵੀ ਜਾ ਕੇ ਵੇਚਣ ਨੂੰ ਲੈ ਕੇ, ਉਹਨਾਂ ਨੇ ਕਿਹਾ ਕਿ ਸਰਸੋਂ 'ਚ ਦੇਖੋ ਕਿ ਕਿਸਾਨਾਂ ਨੂੰ 32% ਫਾਇਦਾ ਪਹੁੰਚਿਆ ਹੈ। ਜਿਹੜੀ 4400 MSP ਸੀ ਉਹ 6800 ਰੁਪਏ 'ਚ ਵਿਕੀ ਹੈ। ਤੁਹਾਨੂੰ ਲੱਗਦਾ ਹੈ ਕਿ ਹਲੇ ਵੀ ਕਿਤੇ ਨਾ ਕਿਤੇ ਬੀਜੇਪੀ ਫਾਇਦੇ ਗਿਣਾ ਰਹੀ ਹੈ ਤੇ ਕਿਸਾਨ ਆਪਣੀ ਅੜੀ ਤੇ ਅੜੇ ਹੋਏ ਨੇ, ਯੈਸ ਔਰ ਨੋ ਤੇ ਅੜੇ ਹੋਏ ਨੇ? ਉਹਨਾਂ ਦਾ ਕਹਿਣਾ ਹੈ ਕਿ 22 ਜਨਵਰੀ ਤੋਂ ਬਾਅਦ ਗੱਲਬਾਤ ਜਾਰੀ ਰਹੀ, ਅਸੀਂ ਬੰਦ ਨਹੀਂ ਕੀਤੀ, ਪਰ ਇੱਕ ਐਕਸੈਪਟੇਬਲ ਪ੍ਰਪੋਜ਼ਲ ਜਿਹੜਾ ਹੈ ਉਹ ਕਿਸਾਨ ਲੈ ਕੇ ਆਣ। ਅਸੀਂ ਉਹੀ ਤਾਂ ਕਹਿੰਦੇ ਜੀ, ਜਿਹੜੀ ਸਾਨੂੰ ਐਕਸੈਪਟੇਬਲ ਸਾਨੂੰ ਹੈ ਜੀ ਉਹ ਇਹ ਪ੍ਰਪੋਜ਼ਲ ਭੇਜ ਦੇਣ ਤੇ ਗੱਲ ਖਤਮ ਹੋ ਜੇ। ਬਾਕੀ ਅਸੀਂ ਪਹਿਲਾਂ ਹੀ ਕਿਤੇ ਵੀ ਵੇਚ ਸਕਦੇ ਹਾਂ, ਕਿਸਾਨ ਕੋਈ ਰੋਕ ਨਹੀਂ ਸੀ। ਉਲਟਾ ਹੋ ਇਹ ਰਿਹਾ ਕਿ ਇਹ ਜਿਹੜੇ ਸਰਮਾਏਦਾਰ ਲੋਕ ਨੇ ਜਿਹੜੀ ਚੀਜ਼ ਦੂਰੋਂ ਆਉਂਦੀ ਹੈ, ਜਿਸ ਸੂਬੇ 'ਚ ਨਹੀਂ ਪੱਕਦੀ, ਦੂਰੋਂ ਚੱਕ ਕੇ ਉਸ ਤੋਂ ਉਲਟ ਵੇਚਣਗੇ। ਜਦ ਕਿ ਚਾਹੀਦਾ ਹੈ ਕਿ ਸਾਰੀ ਚੀਜ਼ 23 ਦੀ 23 ਫਸਲਾਂ ਗੌਰਮੈਂਟ ਪ੍ਰਕਿਉਰ ਕਰੇ, ਤੇ ਜਿਵੇਂ ਇਹ ਆਕਸੀਜਨ ਨੂੰ ਸੈਂਟਰ ਤੋਂ ਵੰਡਦੇ ਆ ਐਦਾਂ ਹੀ ਇਕੱਲੇ ਸੂਬੇ ਦੇ ਵਿੱਚ ਭੇਜਣ, ਕਿੰਨੀ ਕਿਹੜੇ ਸੂਬੇ ਨੂੰ ਦੇਣੀ ਹੈ, ਕਿੰਨੀ ਚੀਜ਼ ਲੈਣੀ ਹੈ, ਤਾਂ ਕਿ ਰੇਟ ਵੀ ਸਮਾਨ ਰਹਿਣ ਤੇ ਕਿਸਾਨ ਆਪਣੇ ਘਰ ਦੀ ਆਪਣੀ ਫਸਲ ਵੇਚਵੇ ਤੇ ਸਾਰੇ ਕਿਸਾਨਾਂ ਨੂੰ ਇੰਡੀਆ 'ਚ ਇੱਕੋ ਰੇਟ ਮਿਲੇ। ਇਹ ਇੱਕ ਸਿਰਫ ਇਹਨਾਂ ਦਾ ਲੋਲੀਪੌਪ ਹੈਗਾ। ਇਹਦੇ ਨਾਲ ਵੱਡੇ ਸਰਮਾਏਦਾਰਾਂ ਨੇ ਜਿਹੜਾ ਹਰੇਕ ਗਰੀਬ ਕਿਸਾਨ ਹੈ ਉਹ ਰਗੜ ਕੇ ਗੇਰ ਦੇਣਾ ਤੇ ਸਾਨੂੰ ਜ਼ਮੀਨਾਂ ਵੇਚਣ ਤੋਂ ਬਿਨਾਂ ਹੋਰ ਕੋਈ ਗੁਜ਼ਾਰਾ ਨਹੀਂ ਰਹਿਣਾ, ਤੇ ਸਾਡੀ ਜ਼ਮੀਨਾਂ ਤੇ ਅੱਖ ਰੱਖੀ ਬੈਠੇ ਨੇ। ਇਹਨਾਂ ਦਾ ਆਪਣਾ ਟਾਰਗੇਟ ਪੂਰਾ ਕਰਨ ਲੱਗੇ ਹੋਏ ਨੇ। ਜੀ ਬਹੁਤ ਸ਼ੁਕਰੀਆ ਬੈਦਵੰਤ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਤੇ ਨਿਤਿਕਾ ਤੁਹਾਡਾ ਵੀ ਧੰਨਵਾਦ ਇਸ तमाम ਜਾਣਕਾਰੀ ਦੇ ਲਈ। ਤੇ ਉਧਰ ਮੋਡਰਨਾ ਤੋਂ ਬਾਅਦ ਇੱਕ ਹੋਰ ਕੋਵਿਡ ਟੀਕਾ ਨਿਰਮਾਤਾ ਫਾਈਜ਼ਰ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਤੋਂ ਬਾਅਦ ਫਾਈਜ਼ਰ ਨੇ ਸੂਬੇ 'ਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਸੰਬੰਧੀ ਪੰਜਾਬ ਸਰਕਾਰ ਦੀਆਂ ਅਸਾਧਾਰਨ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਆਪਣੀ ਨੀਤੀ ਮੁਤਾਬਕ ਉਹ ਸਿਰਫ ਭਾਰਤ ਸਰਕਾਰ ਦੇ ਨਾਲ ਹੀ ਸਮਝੌਤਾ ਕਰ ਸਕਦੇ ਨੇ। ਮੁੱਖ ਮੰਤਰੀ ਕੈਪਟਨ ਵੱਲੋਂ ਸੂਬੇ ਦੇ ਵਿੱਚ ਜਲਦ ਟੀਕਾਕਰਨ ਯਕੀਨੀ ਬਣਾਉਣ ਦੇ ਲਈ तमाम ਸੰਭਾਵਿਤ ਸੋਰਸਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵ ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸੰਬੰਧੀ ਇਹ ਨਿਰਦੇਸ਼ ਦਿੱਤੇ ਗਏ ਸੀ, ਜਿਸ ਤੋਂ ਬਾਅਦ ਨਿਰਮਾਤਾਵਾਂ ਨੂੰ ਵੱਖੋ-ਵੱਖ ਟੀਕਿਆਂ ਸੰਬੰਧੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ। ਪਰ ਇਸ ਦੇ ਵਿੱਚ ਮੋਡਰਨਾ ਤੇ ਫਾਈਜ਼ਰ ਨੇ ਫਿਲਹਾਲ ਸਿੱਧੇ ਟੀਕੇ ਭੇਜਣ ਨੂੰ ਮਨਾ ਕਰ ਦਿੱਤਾ। ਹਾਲਾਂਕਿ ਪਹੁੰਚ ਸਪੁਤਨਿਕ V ਤੇ ਜੌਨਸਨ ਐਂਡ ਜੌਨਸਨ ਦੇ ਵੀ ਕੀਤੀ ਗਈ ਹੈ, ਉੱਥੋਂ ਹਜੇ ਜਵਾਬ ਆਉਣਾ ਬਾਕੀ ਹੈ। ਸੋ ਪੀ ਫਾਈਜ਼ਰ ਤੇ ਮੋਡਰਨਾ ਤੋਂ ਬਾਅਦ ਹੁਣ ਜੌਨਸਨ ਐਂਡ ਜੌਨਸਨ ਤੇ ਸਪੁਤਨਿਕ V ਦੇ ਲਈ ਹਾਂ ਪੱਖੀ ਉਮੀਦ ਕਰ ਰਹੀ ਹੈ ਪੰਜਾਬ ਸਰਕਾਰ। ਹਾਲਾਂਕਿ ਅਜੇ ਉਹਨਾਂ ਵੱਲੋਂ ਜਵਾਬ ਆਉਣਾ ਬਾਕੀ ਹੈ। ਮੋਡਰਨਾ ਤੇ ਪੀ ਫਾਈਜ਼ਰ ਨੇ ਵੀ ਨਾ ਮਨਜ਼ੂਰ ਕਰ ਦਿੱਤੀ ਹੈ ਪੰਜਾਬ ਸਰਕਾਰ ਦੀ ਮੰਗ। ਸੋ ਦੋਵਾਂ ਤੱਕ ਪਹੁੰਚ ਕੀਤੀ ਗਈ ਸੀ। ਇਸ ਦੇ ਨਾਲ ਸਪੁਤਨਿਕ V ਤੇ ਜੌਨਸਨ ਐਂਡ ਜੌਨਸਨ ਤੱਕ ਵੀ ਪਹੁੰਚ ਕੀਤੀ ਗਈ ਸੀ ਸਿੱਧੇ ਟੀਕੇ ਭੇਜਣ ਸੰਬੰਧੀ, ਪਰ ਪੰਜਾਬ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਮੋਡਰਨਾ ਤੋਂ ਬਾਅਦ ਪੀ ਫਾਈਜ਼ਰ ਨੇ ਵੀ ਇਸ ਮੰਗ ਨੂੰ ਨਾਮਨਜ਼ੂਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਨੀਤੀ ਮੁਤਾਬਕ ਅਸੀਂ ਸਿਰਫ ਕੇਂਦਰ ਸਰਕਾਰ ਦੇ ਨਾਲ ਹੀ ਡੀਲ ਕਰ ਸਕਦੇ ਹਾਂ। ਸਾਡੇ ਸਹਿਯੋਗੀ ਨਿਤਿਕਾ ਇਸ ਖਬਰ ਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਨਿਤਿਕਾ, ਕੀ ਕੁਝ ਜਾਣਕਾਰੀ ਹੈ, ਹੁਣ ਕਿੰਨੀ ਕੁ ਉਮੀਦ ਰਹਿ ਜਾਂਦੀ ਹੈ, ਕਿਉਂਕਿ ਮੋਡਰਨਾ ਤੋਂ ਪੀ ਫਾਈਜ਼ਰ ਤੋਂ ਨਾਂ ਦੇ ਵਿੱਚ ਜਵਾਬ ਆਇਆ ਹੈ, ਬਚੇ ਨੇ ਸਪੁਤਨਿਕ V ਤੇ ਜੌਨਸਨ ਐਂਡ ਜੌਨਸਨ। ਬਿਲਕੁਲ ਅਮ੍ਰਿਤਾ, ਦੇਖੋ ਪੰਜਾਬ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਸਾਡੇ ਕੋਲ ਵੈਕਸੀਨ ਦੀ ਕਮੀ ਹੈ ਤੇ ਕੇਂਦਰ ਸਰਕਾਰ ਨਾਲ ਵੀ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ
ਇੱਕ ਲਿਮਿਟਡ ਉਹਨਾਂ ਨੇ ਕਿਹਾ ਕਿ ਅਸੀਂ ਸਪਲਾਈ ਦੇ ਸਕਦੇ ਹਾਂ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਚੀਫ ਸੈਕਟਰੀ ਨੂੰ ਕਿਹਾ ਸੀਗਾ ਕਿ ਤੁਸੀਂ ਆਪਸ਼ਨ ਜਿਹੜੇ ਨੇ ਉਸ ਨੂੰ ਫਰੋਲੋ ਕਿ ਆਖਿਰ ਕਿੱਥੋਂ ਕਿੱਥੋਂ ਅਸੀਂ ਪ੍ਰੋਕਿਉਰ ਕਰ ਸਕਦੇ ਹਾਂ ਵੈਕਸੀਨ ਨੂੰ। ਉਸ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਜੌਨਸਨ ਐਂਡ ਜੌਨਸਨ ਹੈ, ਫਾਈਜ਼ਰ ਹੋ ਗਈ, ਮਾਡਰਨ ਹੋ ਗਈ ਤੇ ਹੋਰ ਕਈ ਜਿਹੜੀ ਕੰਪਨੀਆਂ ਨਾਲ ਗੱਲਬਾਤ ਜਿਹੜੀ ਹੈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ। ਪਰ ਪਹਿਲਾਂ ਮਾਡਰਨ ਨੇ ਮਨਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਅਸੀਂ ਸਿੱਧਾ ਸੈਂਟਰ ਨਾਲ ਹੀ ਜਿਹੜੀ ਡੀਲ ਕਰ ਸਕਦੇ ਹਾਂ। ਹੁਣ ਫਾਈਜ਼ਰ ਨੇ ਵੀ ਕਰ ਦਿੱਤਾ ਨਾ। ਇਸੇ ਕਾਰਨ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਚਿੰਤਾ ਵੀ ਵਧੀ ਹੋਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਫਿਰ ਵੈਕਸੀਨ ਸਾਰਿਆਂ ਨੂੰ ਲਗਾਵਾਂਗੇ ਕਿਵੇਂ। ਹੁਣ ਤੱਕ 45 ਲੱਖ ਦੇ ਕਰੀਬ ਡੋਜ਼ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਭੇਜੀ ਹੈ, ਪਰ ਉਹਦੇ ਵਿੱਚ ਜ਼ਿਆਦਾਤਰ ਡੋਜ਼ ਜਿਹੜੀ ਲੱਗ ਚੁੱਕੀ। ਤੇ ਅੰਮ੍ਰਿਤਾ ਜਾਣ ਕੇ ਹੈਰਾਨੀ ਹੋਏਗੀ, ਪਿਛਲੇ 3 ਦਿਨਾਂ ਤੋਂ ਫਰਸਟ ਫੇਜ਼ 'ਚ ਆਉਣ ਵਾਲੇ ਲੋਕ ਤੇ ਸੈਕੰਡ ਫੇਜ਼ 'ਚ ਆਉਣ ਵਾਲੇ ਲੋਕ, ਯਾਨੀ ਕਿ 60+ ਤੇ 45+ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੈਕਸੀਨ ਨਹੀਂ ਲੱਗ ਪਾ ਰਹੀ। ਪਿਛਲੇ 2-3 ਦਿਨਾਂ ਤੋਂ ਉਹਨਾਂ ਦੀ ਵੈਕਸੀਨ ਜਿਹੜੀ ਹੈ ਰੁਕੀ ਹੋਈ ਹੈ। ਜਿਨ੍ਹਾਂ ਨੇ ਸੈਕੰਡ ਡੋਜ਼ ਲਗਵਾਉਣੀ ਹੈ ਉਹ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਸਿਰਫ 18 to 44 ਲਈ ਜਿਹੜੀ ਅਸੀਂ ਡੋਜ਼ ਮੰਗਵਾਈ ਹੈ, ਸਿਰਫ ਅਸੀਂ ਉਹੀ ਲਗਾ ਸਕਦੇ ਹਾਂ। ਤਾਂ ਫਿਲਹਾਲ ਆਪਸ਼ਨ ਜਿਹੜੇ ਨੇ ਹੋਰ ਵੀ ਐਕਸਪਲੋਰ ਕੀਤੇ ਜਾ ਰਹੇ ਨੇ, ਪਰ ਫਿਲਹਾਲ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਘੱਟ ਵੈਕਸੀਨ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਇਸੇ ਕਾਰਨ ਉਹਨਾਂ ਨੂੰ ਕਰਨਾ ਪੈ ਰਿਹਾ। ਜੀ ਬਹੁਤ ਸ਼ੁਕਰੀਆ ਨਿਤਿਕਾ ਇਸ ਜਾਣਕਾਰੀ ਦੇ ਲਈ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਇੱਕ ਵਾਰ ਮੁੜ ਤੋਂ ਕੇਂਦਰ ਨੂੰ ਪੰਜਾਬ ਦੇ ਲਈ ਵੈਕਸੀਨ ਭੇਜਣ ਦੀ ਮੰਗ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਕਿ ਕੁਝ ਉਹਨਾਂ ਨੇ ਕਿਹਾ, ਸੁਣ ਲੈਂਦੇ ਹਾਂ। ਨਾਲ ਮੌਜੂਦ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ। ਸਿੱਧੂ ਸਾਹਿਬ, ਵੈਕਸੀਨੇਸ਼ਨ ਦਾ ਕੋਟਾ ਜਿਹੜਾ ਕੀ ਹੈ ਉਹ ਥੋੜਾ ਜਿਹਾ ਹੀ ਰਹਿ ਗਿਆ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਡਾਇਰੈਕਟ ਜਿਹੜੀ ਵੈਕਸੀਨੇਸ਼ਨ ਹੈ ਉਹ ਤੁਹਾਡੇ ਕੋਲ ਆ ਜਾਏ, ਉਹਦੇ ਲਈ ਵੀ ਮਨਾ ਹੋ ਗਿਆ। ਤੇ ਹੁਣ ਇਸ ਚੈਲੰਜ ਨੂੰ ਕਿਵੇਂ ਤੁਸੀਂ ਓਵਰਕਮ ਕਰੋਗੇ, ਕਿਵੇਂ ਅੱਗੇ ਕੀ ਕੁਝ ਸਟੈਪ ਲਓਗੇ? ਦੇਖੋ, ਜਿਹੜੀ ਚੀਜ਼ ਸਾਡੇ ਵੱਸ ਵਿੱਚ ਨਹੀਂ ਹੈ ਉਹਦਾ ਤਾਂ ਅਸੀਂ ਹਾਲੇ ਕੋਈ ਆਦੀ ਫੋਰਕਾਸਟਿੰਗ ਨਹੀਂ ਕਰ ਸਕਦੇ, ਪ੍ਰੈਡਿਕਸ਼ਨ ਨਹੀਂ ਕਰ ਸਕਦੇ। ਲੇਕਿਨ ਮੈਨੂੰ ਇਹ ਜਿਹੜਾ ਸਾਡਾ ਸ਼ਡਿਊਲ ਬਣਿਆ ਉਹਦੇ ਮੁਤਾਬਕ ਵੈਕਸੀਨ ਮਿਲਣੀ ਸੈਂਟਰ ਗਵਰਨਮੈਂਟ ਤੋਂ। ਸਾਨੂੰ ਤਾਂ ਅੱਜ ਇਹ ਜਿੰਨੀ ਮੈਕਸਿਮਮ ਡੋਜ਼ ਦੇਣਗੇ ਅਸੀਂ ਉਨੀਆਂ ਜ਼ਿਆਦਾ ਲਗਾ ਦਾਂਗੇ। ਅਸੀਂ ਤਾਂ ਆਪਣੀ ਪੇਮੈਂਟ ਤੇ ਵੀ ਲੈਣ ਨੂੰ ਤਿਆਰ, ਆਪਣੇ ਆਲਰੇਡੀ ਪੈਸੇ ਦੇ ਰੱਖੇ ਨੇ। ਹੋਰ ਵੀ ਪੈਸੇ ਅਸੀਂ ਲੇਬਰ ਡਿਪਾਰਟਮੈਂਟ ਦੇ ਜਿਹੜੇ ਸਾਡੇ ਡਿਸਟ੍ਰਿਕਟ ਵਰਕਰ ਨੇ ਉਹਨਾਂ ਨੂੰ ਵੀ ਸਾਰਿਆਂ ਅਸੀਂ ਵੈਕਸੀਨ ਵਾਸਤੇ ਪੈਸਾ ਖਰਚ ਕਰ ਰਹੇ ਹਾਂ। 18 ਤੋਂ 44 ਸਾਲ ਦੀ ਸਾਡੀ ਵਰਕਫੋਰਸ ਵੀ ਇਸੇ ਏਜ ਗਰੁੱਪ 'ਚ ਹੈਗੀ ਆ। ਤੇ ਉਹ ਜਿਹੜੇ ਜਿੰਨਾ ਵੀ ਅਸੀਂ ਸਾਨੂੰ ਕੋਈ ਹਰਬਾ ਵਰਤਣਾ ਪਿਆ ਕਰਾਂਗੇ। ਪਰ ਸੈਂਟਰ ਨੂੰ ਇਸ ਵੇਲੇ ਜਿਹੜਾ ਨਾ ਸਭ ਤੋਂ ਵੱਡੀ ਗੱਲ ਪ੍ਰੋਡਕਸ਼ਨ ਵਧਾ ਕੇ ਜਾਂ ਬਾਹਰੋਂ ਇੰਪੋਰਟ ਕਰਕੇ ਜਿਸ ਭਾਅ ਵੀ ਮਿਲਦੀ ਹੈ ਉਹ ਸਟੇਟਾਂ ਨੂੰ ਜਿਹੜੀ ਵੈਕਸੀਨ ਵੱਡੀ ਮਾਤਰਾ 'ਚ ਆਪਣੇ ਸਪਲਾਈ ਕਰਨ ਦੀ ਜ਼ਰੂਰਤ ਹੈਗੀ ਆ। ਜੇਕਰ ਸਾਨੂੰ ਪੂਰੀ ਮਾਤਰਾ 'ਚ ਸਪਲਾਈ ਮਿਲਦੀ ਤਾਂ ਅਸੀਂ 3 ਮਹੀਨਿਆਂ 'ਚ 2.5 ਮਹੀਨਿਆਂ 'ਚ ਪੂਰੇ ਪੰਜਾਬ ਨੂੰ ਵੈਕਸੀਨੇਟ ਕਰ ਦਾਂਗੇ। ਗੱਲ ਕੀਤੀ ਜਾਵੇ ਖਤਰਾ ਬਣਦਾ ਜਾ ਰਿਹਾ ਪ੍ਰੈਗਨੈਂਟ ਮਹਿਲਾਵਾਂ ਲਈ, ਤਾਂ ਉਹਨਾਂ ਦੇ ਲਈ ਕੀ ਕੁਝ ਨਵੀਂ ਗਾਈਡਲਾਈਨਸ ਇਸ਼ੂ ਕੀਤੀ ਗਈਆਂ, ਕਿਉਂਕਿ ਉੱਥੇ ਰਿਸਕ 2 ਜਾਨ ਦਾ ਹੋ ਜਾਂਦਾ। ਅਸੀਂ ਪਹਿਲਾਂ ਵੀ ਲਾਸਟ ਈਅਰ ਮੋਹਾਲੀ ਦੀ ਮੈਂ ਗੱਲ ਕਰ ਲਿਆ ਇਕੱਲੇ ਦੀ ਕਿ ਅਸੀਂ 70 ਲੇਡੀ ਜਿਹੜੀਆਂ ਪੋਜ਼ਿਟਿਵ ਸੀਗੀਆਂ ਉਹਨਾਂ ਦੀ ਡਿਲੀਵਰੀਆਂ ਹੋਈਆਂ ਨੇ, ਲੇਕਿਨ ਸਾਰੇ ਠੀਕ ਠਾਕ ਨੇ। ਲੇਕਿਨ ਹੁਣ ਕੁਝ ਮੌਤਾਂ ਵੀ ਹੋਈਆਂ ਨੇ, ਜਿਹੜੀ ਬੜੀ ਦੁਖਦਾਈ ਖਬਰ ਹੈਗੀ ਹੈ, ਚਿੰਤਾ ਵਾਲੀ ਗੱਲ ਹੈ। ਤੇ ਲੇਕਿਨ ਅਸੀਂ ਉਹਨਾਂ ਨੂੰ ਬਕਾਇਦਾ ਹਾਈ ਰਿਸਕ ਜਿਹੜੇ ਪੇਸ਼ੈਂਟ ਹੁੰਦੇ ਨੇ ਉਸ ਕੈਟਾਗਰੀ 'ਚ ਰੱਖ ਕੇ ਉਹਨਾਂ ਦਾ ਬਕਾਇਦਾ ਪ੍ਰੋਪਰ ਧਿਆਨ ਰੱਖ ਕੇ ਤਾਂ ਕਿ ਉੱਥੇ ਡਬਲ ਨੁਕਸਾਨ ਨਾ ਹੋਵੇ ਔਰ ਉਹਨਾਂ ਨੂੰ ਬੱਚੇ ਤੰਦਰੁਸਤ ਰਹਿਣ ਤੇ ਪਲੱਸ ਜਿਹੜੀ ਮਾਂ ਵੀ ਤੰਦਰੁਸਤ ਰਹੇ। ਸਿੱਧੂ ਸਾਹਿਬ, ਦਿੱਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਡਾਕਟਰਸ ਨੇ, ਜੇਕਰ ਕਿਸੇ ਡਾਕਟਰ ਨੂੰ ਕਰੋਨਾ ਕਰਕੇ ਉਸ ਦੀ ਡੈਥ ਹੁੰਦੀ ਹੈ ਤਾਂ 1 ਕਰੋੜ ਰੁਪਏ ਦਾ ਜਿਹੜਾ ਕਿ ਇੱਕ ਰਾਸ਼ੀ ਜਿਹੜੀ ਕਿ ਉਹ ਅਲਾਟ ਕੀਤੀ ਗਈ ਹੈ ਕਿ ਹੁਣ 1 ਕਰੋੜ ਦੀ ਰਾਸ਼ੀ ਦਿੱਤੀ ਜਾਊਗੀ। ਪੰਜਾਬ ਸਰਕਾਰ ਦੇ ਵਿੱਚ ਕਿੰਨਾ ਕੁ ਅਮਾਊਂਟ ਫਿਕਸ ਕੀਤਾ ਗਿਆ ਤੇ ਨਾਲ ਦੇ ਨਾਲ ਕੀ ਹਜੇ ਤੱਕ ਕੋਈ ਇਹੋ ਜਿਹਾ ਹੋਇਆ ਕਿ ਕੋਈ ਡਾਕਟਰ ਜਿਹੜੇ ਕਿ ਜਿਹਦੀ ਕਰੋਨਾ ਕਰਕੇ ਡੈਥ ਹੋਈ ਹੋਵੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਅਮਾਊਂਟ ਦਿੱਤਾ ਗਿਆ ਹੋਵੇ? ਅਸੀਂ ਇਕੱਲੇ ਡਾਕਟਰ ਨਹੀਂ, ਅਸੀਂ ਜਿੰਨਾ ਵੀ ਮੈਡੀਕਲ ਸਟਾਫ ਹੈਗਾ ਜਾਂ ਹੋਰ ਫਰੰਟ ਲਾਈਨ ਦਾ ਸਟਾਫ ਹੈਗਾ ਉਹਨਾਂ ਸਾਰਿਆਂ ਵਾਸਤੇ 50 ਲੱਖ ਰੁਪਏ ਦਾ ਅਸੀਂ ਪੈਕੇਜ ਰੱਖਿਆ ਹੈ। ਹਰ ਇੱਕ ਨੂੰ 50 ਲੱਖ ਰੁਪਏ ਦਿੱਤਾ ਵੀ ਦੇ ਵੀ ਰਹੇ ਹਾਂ। ਲੇਕਿਨ ਪ੍ਰਮਾਤਮਾ ਕਰੇ ਕਿ ਉਹ ਜੇ ਸਾਰੇ ਬੰਦਿਆਂ ਨੇ ਉਹਨਾਂ ਨੇ ਵੈਕਸੀਨ ਲਵਾ ਲਈ ਤਾਂ ਇਹ ਅੰਕੜਾ ਵੀ ਨਹੀਂ ਹੋਣਾ, ਬਹੁਤ ਘੱਟ ਫਿਰ ਚਾਂਸ ਹੁੰਦੇ ਨੇ ਮੌਤ ਹੋਣ ਦੇ। ਲੇਕਿਨ ਲਾਈਫ ਦੀ ਕੀਮਤ ਕੋਈ ਨਹੀਂ, ਕੋਈ ਕਰੋੜ ਜਾਂ 2 ਕਰੋੜ ਦੇਣ ਨਾਲ ਹੀ ਗੱਲ ਨਹੀਂ ਹੈਗੀ। ਗੱਲ ਤਾਂ ਉਹਨਾਂ ਨੂੰ ਅਸੀਂ ਕਿੱਦਾਂ ਸੇਫ ਕਿੱਦਾਂ ਕਰਨਾ ਉਹਦੇ ਵਾਸਤੇ ਸਾਡੀ ਸਰਕਾਰ ਬਹੁਤ ਚਿੰਤਤ ਹੈ। ਕੈਮਰਾਮੈਨ ਭਰਤ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ। ਤੇ ਉਧਰ ਪੰਜਾਬ ਦੇ ਵਿੱਚ 5ਵੀਂ ਜਮਾਤ ਦੀ ਪ੍ਰੀਖਿਆ ਨੂੰ ਲੈ ਕੇ ਲਗਾਤਾਰ ਸ਼ਸ਼ੋਪੰਜ ਬਰਕਰਾਰ ਹੈ। ਇਸ ਤੇ ਵੀ ਗੱਲ ਕਰਾਂਗੇ, ਪਰ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰ ਲੈਣਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਤੇ ਰਿਆਇਤ ਦੇ ਦਿੱਤੀ ਗਈ ਹੈ। ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ तमाम ਦੁਕਾਨਾਂ ਖੁੱਲਣਗੀਆਂ। ਕੋਵਿਡ ਨੂੰ ਲੈ ਕੇ तमाम ਹਦਾਇਤਾਂ ਜਾਰੀ ਕਰਨ ਦਾ ਜੋ ਫੈਸਲਾ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਮਾਲ, ਜਿਮ, ਸਪਾ, ਸੁਖਨਾ ਲੇਕ तमाम ਚੀਜ਼ਾਂ ਬੰਦ ਰਹਿਣਗੀਆਂ। ਰੌਕ ਗਾਰਡਨ ਬੰਦ ਰਹੇਗਾ। ਪਹਿਲਾਂ ਵਾਂਗ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੀ ਨਾਈਟ ਕਰਫਿਊ ਦਾ ਸਮਾਂ ਵੀ ਰਹੇਗਾ।
ਵੀਕਐਂਡ ਲਾਕਡਾਊਨ ਵੀ ਅਗਲੇ ਹਫ਼ਤੇ ਲਾਗੂ ਰਹੇਗਾ। ਜ਼ਰੂਰੀ ਸੇਵਾਵਾਂ ਨੂੰ ਜ਼ਰੂਰ ਛੋਟ ਦਿੱਤੀ ਗਈ ਹੈ। ਸੋ ਪੰਜਾਬ ਦੇ ਵਿੱਚ 5ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਆਏ ਨੇ। ਇਸ ਨੂੰ ਲੈ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਯੋਵਰਾਜ ਦੇ ਨਾਲ ਸਾਡੇ ਸਹਿਯੋਗੀ ਬਜ਼ਮ ਵਰਮਾ ਜੁੜੇ ਹੋਏ ਨੇ। ਸਿੱਧੇ ਉੱਥੇ ਲੈ ਚੱਲਦੇ ਹਾਂ, ਗੱਲਬਾਤ ਉਹਨਾਂ ਦੇ ਨਾਲ ਕਰਨਗੇ। ਜੀ ਓਵਰ ਟੂ ਯੂ ਬਜ਼ਮ। ਬਿਲਕੁਲ, ਤੁਹਾਨੂੰ ਦੱਸ ਦਈਏ ਜਿਸ ਤਰੀਕੇ ਨਾਲ ਕਰੋਨਾ ਕਾਲ ਚੱਲ ਰਿਹਾ ਇਸ ਦੌਰਾਨ ਰਿਜ਼ਲਟ ਵੀ ਸਾਹਮਣੇ ਆਏ ਨੇ। 5th ਕਲਾਸ ਦੇ ਰਿਜ਼ਲਟ ਜਿਹੜੇ ਸਾਹਮਣੇ ਆ ਚੁੱਕੇ ਨੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਜੀ ਸਾਡੇ ਨਾਲ ਨੇ। ਡਾਕਟਰ ਸਾਹਿਬ, ਕਿਉਂਕਿ ਐਗਜ਼ਾਮ ਦੀ ਗੱਲ ਕਰੀਏ, ਅੱਜ ਰਿਜ਼ਲਟ ਸਾਹਮਣੇ ਆਇਆ ਹੈ, ਕਿਹੋ ਜਿਹਾ ਰਿਜ਼ਲਟ ਰਹੇ ਹੈ ਤੇ ਪਿਛਲੇ ਸਾਲ ਦੇ ਮੁਤਾਬਿਕ ਇਸ ਵਾਰ ਕੀ ਅੱਛੇ ਨੰਬਰ ਜ਼ਿਆਦਾ ਆਏ ਨੇ ਬੱਚਿਆਂ ਦੇ ਜਾਂ ਥੋੜੇ ਘੱਟ ਆਏ ਨੇ? ਕਿਉਂਕਿ ਕਰੋਨਾ ਕਾਲ ਚੱਲ ਰਿਹਾ ਹੈ, ਆਨਲਾਈਨ ਸਿੱਖਿਆ ਹੋ ਰਹੀ ਹੈ, ਸਾਰੀ ਚੀਜ਼ ਜਿਹੜੀ ਉਹ ਆਨਲਾਈਨ ਹੋ ਰਹੀ ਹੈ। ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਇਸ ਵਾਰ ਨੂੰ? ਵੇਖੋ, ਪਿਛਲੇ ਦਿਨੀ ਅਸੀਂ 10ਵੀਂ ਦਾ ਤੇ 8ਵੀਂ ਦਾ ਰਿਜ਼ਲਟ ਆਊਟ ਕੀਤਾ ਸੀ, ਜਿਨ੍ਹਾਂ ਦੇ ਵਿੱਚ ਪੇਪਰ ਨਹੀਂ ਹੋਏ ਸਨ, ਪਰ ਉਹਨਾਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ ਉੱਪਰ ਉਹ ਰਿਜ਼ਲਟ ਕੱਢਿਆ ਗਿਆ ਸੀ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 15 ਅਪ੍ਰੈਲ ਨੂੰ ਅਜਿਹੀ ਆਦੇਸ਼ ਦਿੱਤੇ ਸਨ ਕਿ 10ਵੀਂ ਦੀ ਜਿਹੜੇ ਪ੍ਰੀਖਿਆਵਾਂ ਕੈਂਸਲ ਕੀਤੀਆਂ ਜਾਣੇ ਤੇ ਇਸ ਇੰਟਰਨਲ ਅਸੈਸਮੈਂਟ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਰਿਜ਼ਲਟ ਕੱਢਿਆ ਜਾਏਗਾ। ਉਹ ਅਸੀਂ ਰਿਜ਼ਲਟ 8ਵੀਂ ਔਰ 10ਵੀਂ ਦਾ ਪਿਛਲੇ ਦਿਨ ਕੱਢ ਚੁੱਕੇ ਹਾਂ ਔਰ ਅੱਜ ਅਸੀਂ 5ਵੀਂ ਦਾ ਜਿਹੜਾ ਹੈਗਾ ਰਿਜ਼ਲਟ ਕੱਢਿਆ, ਜਿਸ ਦੇ 16 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਕੁੱਲ 6 ਪੇਪਰਾਂ ਦੇ ਵਿੱਚੋਂ 4 ਪੇਪਰ ਹੋਏ ਸਨ ਔਰ ਉਹਦੇ ਵਿੱਚ ਹਿੰਦੀ, ਅੰਗਰੇਜ਼ੀ, ਪੰਜਾਬੀ ਔਰ এনवायरमेंट ਦਾ ਪੇਪਰ ਜਿਹੜਾ ਸੀ ਉਹ ਹੋਇਆ ਸੀ ਔਰ ਉਸ ਦੇ ਵਿੱਚ ਬਾਕੀ ਬਚਦੇ ਪੇਪਰਾਂ ਵਿੱਚੋਂ ਮੈਥ ਤੇ ਸਵਾਗਤ ਜ਼ਿੰਦਗੀ ਸੀ। ਸਵਾਗਤ ਜ਼ਿੰਦਗੀ ਇੱਕ ਤਰ੍ਹਾਂ ਦਾ ਗ੍ਰੇਡ ਵਾਲਾ ਪਰਚਾ ਹੈ, ਤਾਂ ਮੁੱਖ ਤੌਰ ਤੇ 4 ਪੇਪਰ ਹੋਏ, ਜਿਸ ਦੇ ਆਧਾਰ ਵਿੱਚ ਅਸੀਂ ਰਿਜ਼ਲਟ ਜਿਹੜਾ ਕੱਢਿਆ ਔਰ ਰਿਜ਼ਲਟ ਬਹੁਤ ਹੀ ਅੱਛਾ ਰਿਹਾ ਔਰ ਉਹਦੀ ਜਿਹੜੀ ਪਾਸ ਪ੍ਰੋਸੈਸ ਦਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ 8ਵੀਂ ਦੇ ਵਿੱਚ ਜਿਹੜੇ ਬੱਚੇ ਅਪੀਲ ਹੋਏ ਉਹ 3,14,472 ਬੱਚੇ ਸਨ ਕੁੱਲ, ਜਿਨ੍ਹਾਂ ਦੇ ਵਿੱਚੋਂ 3,13,712 ਬੱਚੇ ਪਾਸ ਹੋਏ ਹਨ। तो इस प्रकार जो रिजल्ट 99.76 रहा पास होने का। ये साड़ियाँ बच्चियाँ हैं गर्ल स्टूडेंट ने इस बार फिर बाजी मारी हमेशा तरह, जिन्होंने 1,48,828 बच्चियाँ ने ये अपील हुई, जिन्होंने 1,48,523 पास हुई हैं तो रिजल्ट इन्हों का 99.80 रहा। इस प्रकार बच्चों मुंडिया का जो रिजल्ट है वो 1,65,644 लड़के इन्हें अपील हुए, उस 1,65,199 पास होने तो नतीजा जो 99.73% रहा। इस प्रकार जोड़ा है शहरी एरिया जिस 85,320 बच्चे अपील हुए, उन्होंने 85,095 जोड़े बच्चे है वो पास हुए तो इन्हों का नतीजा 99.74 रहा। और पेंडू एरिए के 2,29,152 बच्चे अपील हुए, उन्होंने 2,28,617 बच्चे जोड़े है वो पास हुए हैं और 99.77% उन्होंने रिजल्ट रहा। डॉक्टर साहब क्योंकि गल करिए ऑनलाइन शिक्षा हो रही सी, ऑनलाइन पढ़ाई हो रही सी, तो एग्जामिनेशन का की क्राइटेरिया सीगा, किस तरीके नाल प्रोसीजर रखा गया कि लाइव एग्जामिनेशन हुई है या ऑनलाइन एग्जामिनेशन हुई सी? ये बिल्कुल जी हैगी ऑफलाइन पेपर होए हैं। 3,18,000 जिवें मैं तुहानूं दस्सिया कि बच्चे अपील होए, जिन्हां दे विचों सिर्फ 19 बच्चे सी जिन्हां दा असीं थर्मल स्कैन राहीं जां ਜਿਹੜੇ ਬਿਮਾਰ ਬੱਚੇ ਹੋਏ ਉਹਨਾਂ ਨੂੰ ਅਸੀਂ ਵਾਪਸ ਭੇਜਤਾ ਸੀ, ਜਿਨ੍ਹਾਂ ਨੂੰ ਵਿਦਨ 2 ਮਹੀਨਿਆਂ ਦੇ ਵਿੱਚ ਅਸੀਂ ਦੁਬਾਰਾ ਅਸੀਂ ਮੌਕਾ ਦੇਵਾਂਗੇ। ਇਸੇ ਪ੍ਰਕਾਰ 80 ਬੱਚੇ ਹੋਰ ਜਿਨ੍ਹਾਂ ਦੇ ਕੋਈ ਨੰਬਰ ਸਾਡੇ ਕੋਲ ਨਹੀਂ ਆਏ, ਇਹਨਾਂ ਸਾਰੇ ਬੱਚਿਆਂ ਨੂੰ ਅਸੀਂ ਦੁਬਾਰਾ ਮੌਕਾ ਦੇਵਾਂ, ਕਿਉਂਕਿ ਆਰਟੀ ਦੇ ਤਹਿਤ 5ਵੀਂ ਤੇ 8ਵੀਂ ਦੇ ਬੱਚਿਆਂ ਨੂੰ ਅਸੀਂ ਪਾਸ ਔਰ ਫੇਲ ਦੀ ਕੈਟਾਗਰੀ 'ਚ ਨਹੀਂ ਵੇਖਦੇ, ਇਹਨੂੰ ਪ੍ਰਮੋਟ ਤੇ ਨਾਨ ਪ੍ਰਮੋਟਡ ਜਿਹੜਾ ਉਸ ਦੇ ਵਿੱਚ ਵੇਖਿਆ ਜਾਂਦਾ ਹੈ। ਤਾਂ ਇਸ ਲਈ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਔਰ ਬਾਕੀ ਸਾਰੇ ਜਿਹੜੇ ये साढ़े को बच्चे होए वो बिल्कुल मैडिकल प्रोटोकॉल के तहत और बिल्कुल जी हैगी 6-6 फुट के दूरी के उपर जोड़े वो बच्चों को बिठाया गया सी, क्योंकि हर प्राइमरी स्कूल ही तुहाडा जिहड़ा है वो सेंटर हुंदा है। लगभग 18,000 प्राइमरी स्कूल दे विच बच्चों का पेपर होया सी, जिस निशान ये भी देखा जा रहा है क्योंकि बस इस गलबात नूं तुसीं जारी रखो, इस गलबात नूं भी अगला हिस्सा भी दर्शकों नूं विखावांगे। फिलहाल इस बुलेटिन दे विच नहीं, तुसीं बने रहो जी मीडिया दे नाल। सत श्री अकाल।